अभई अकाल की, कब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो, गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आद गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਸਰਵਨ ਕਰ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ। ਆਓ ਸਭ ਤੋਂ ਪਹਿਲਾਂ ਸਰਬਜੀਤ ਸਿੰਘ ਵੱਲੋਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 25 ਵਿਸਾਖ ਸੰਮਤ 554 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 8 ਮਈ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
संबोला खाए एह संबोला खाए एह मन सुंदर अपना हर नाम जीठे रंगरी हर नाम जीठे रंगरी एह मन सुंदर अपना हर नाम जीठे रंगरी हर नाम जीठे रंगरी त्याग आनत चादरे त्याग से आनत चादरे त्याग से आनत चादरे त्याग से आनत चादरे तू जान को पाले संगरी 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 एह मन सुंदर अपना हर नाम जीठे रंगरी हर नाम जीठे रंगरी एह मन सुंदर अपना हर नाम जीठे रंगरी हर नाम जीठे रंगरी गुर का शब्द कर दीप को गुर का शब्द गुर का शब्द कर दीप को गुर का शब्द कर दीप को हे सत की सेज बिशायरी गुर का गुर का शब्द गुर का शब्द कर दीप को गुर का शब्द कर दीप को ए साथ की सेज बिशायरी ए साथ की सेज बिशायरी आज पहर कर जोड़ रहो आज पहर कर जोड़ रहो तो बेटे हर रायरी तो बेटे हर रायरी तो बेटे हर रायरी तो बेटे हर रायरी एह मन सुंदर अपना हर नाम जीठे रंगरी
पचातरी तू जान गोपाले संगरी जान गोपाले संगरी तू जान गोपाले संगरी तू जान गोपाले संगरी ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਹਰ ਨਾਮ ਜੀਠੇ ਰੰਗਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਹਰ ਨਾਮ ਜੀਠੇ ਰੰਗਰੀ ਤੁਸੀ ਜੱਜ ਸਿੰਗਾਰ ਸਭ ਤੁਸੀ ਜੱਜ ਸਿੰਗਾਰ ਸਭ ਪਾਈ ਰੂਪ ਅਪਾਰੀ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰ ਤਾਰਦੀ ਜੋ ਪਾਣੀ ਕਰ ਤਾਰਦੀ ਜੋ ਪਾਣੀ ਕਰ ਤਾਰਦੀ ਜੋ ਪਾਣੀ ਕਰ ਤਾਰਦੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਹਰ ਨਾਮ ਜੀਠੇ ਰੰਗਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਹਰ ਨਾਮ ਜੀਠੇ ਰੰਗਰੀ त्याग सियान पचातरे त्याग सियान पचातरे त्याग सियान पचातरे त्याग सियान पचातरे तू जान गोपाले संगरी जान गोपाले संगरी तू जान गोपाले संगरी तू जान गोपाले संगरी ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਹਰ ਨਾਮ ਜੀਠੇ ਰੰਗਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਹਰ ਨਾਮ ਜੀਠੇ ਰੰਗਰੀ ਹਰ ਨਾਮ ਜੀਠੇ ਰੰਗਰੀ ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਸਤਨਾਮ ਸ਼੍ਰੀ ਵਾਹਿਗੁਰੂ
महला पहला छंत दखणी एक ओंकार सतगुर प्रसाद मुंदन वेलड़िया गोयल आई राम मटकी डार तरी हर लेवलाई राम मुंदन वेलड़िया गोयल आई राम मटकी डार तरी हर लेवलाई राम लेवलाए हर स्यों रही गोयल सहज शब्द सिगारिया कर जोड़ गुर पह कर बिनंती मिलहो साच प्यारिया तन पाए भगति देख प्रीतम काम क्रोध निवारिया नानक मुंद नवेल सुंदर देख पिर साधारिया सच नवेलड़िए जो बन बाली राम आओ न जाओ कहीं अपने सहनाली राम नाह अपने संग दासी मैं भगत हर की पावे अगाध बोध अकथ कथिय सहज प्रभ गुण गावे राम नाम रसाल रसिया रवै साच प्यारिया गुर शब्द दिया दान किया नानका विचारिया श्री धर मोहे अड़ी फिर संग सूती राम गुर के पाए चलो साच संगूती राम तन साच संगूती हर संग सूती
ਸੰਗ ਸਖੀ ਸਹੇਲੀਆ ਇਕ ਭਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲਿਆ ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਨੋ ਜੋਤ ਸਬਾਏੜੀਏ ਤ੍ਰਿਭਵਨ ਸਾਰੇ ਰਾਮ ਘਟ ਘਟ ਰਵ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹਉਮੈ ਮਮਤਾ ਲੋਭ ਜਾਲਾ ਸਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਪਾਣੈ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਤਾਰਿਆ ਦਰ ਜਾਏ ਦਰਸ਼ਨ ਕਰੀ ਪਾਣੈ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪਹਿਲਾ ਛੰਤ ਦੱਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦਨ ਵੇਲੜੀਆ ਗੋਇਲ ਆਈ ਰਾਮ ਮਟਕੀ ਡਾਰ ਤਰੀ ਹਰ ਲਿਵ ਲਾਈ ਰਾਮ। ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਅੱਜ ਦਾ ਹੁਕਮਨਾਮਾ ਰਾਗ ਬਿਲਾਵਲ ਦੇ ਵਿੱਚ ਦੱਖਣੀ ਬਿਲਾਵਲ ਜਿਹੜਾ ਹੈ ਉਹਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਛੰਤ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 843 ਅੰਗ ਤੇ ਸੁਸ਼ੋਭਿਤ ਹੈ।
ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਬਿਲਾਵਲ ਮਹੱਲਾ ਪਹਿਲਾ ਛੰਤ ਦੱਖਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਥੋੜੇ ਦਿਨਾਂ ਦੇ ਵਸੇਵੇ ਵਾਲੇ ਇਸ ਜਗਤ ਦੇ ਵਿੱਚ ਆ ਕੇ ਜਿਹੜੀ ਜੀਵ ਇਸਤਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਜਿਸ ਨੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਜਿਹੜੀ ਪ੍ਰਭੂ ਚਰਨਾਂ ਦੇ ਵਿੱਚ ਪ੍ਰੀਤ ਜੋੜ ਕੇ ਇਸ ਜਗਤ ਦੇ ਵਿੱਚ ਜੀਵਨ ਬਿਤਾਉਂਦੀ ਹੈ, ਉਹ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਸਤਿਗੁਰੂ ਜੀ ਦੇ ਸ਼ਬਦ ਦੀ ਬਰਕਤ ਦੇ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ। ਉਹ ਸਦਾ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ ਕਿ ਹੇ ਗੁਰੂ, ਮੈਨੂੰ ਮਿਲ ਤਾਂ ਕਿ ਮੈਂ ਤੇਰੀ ਕਿਰਪਾ ਦੇ ਨਾਲ ਸਦਾ ਸਿਰ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ। ਅਜਿਹੀ ਜੀਵ ਇਸਤਰੀ ਪ੍ਰੀਤਮ ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ ਪ੍ਰਭੂ ਦੇ ਪ੍ਰੇਮ ਦੇ ਵਿੱਚ ਟਿਕ ਕੇ ਉਸ ਦਾ ਦਰਸ਼ਨ ਕਰਕੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦੀ ਹੈ। ਹੇ ਨਾਨਕ, ਪਵਿੱਤਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ ਇਸਤਰੀ ਪ੍ਰਭੂ ਪਤੀ ਦਾ ਦੀਦਾਰ ਕਰਕੇ ਉਸ ਦੀ ਯਾਦ ਨੂੰ ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ। ਹੇ ਸਦਾ ਥਿਰ ਪ੍ਰਭੂ ਦੇ ਵਿੱਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ ਇਸਤਰੀਏ, ਜਵਾਨੀ ਦੇ ਵਿੱਚ ਵੀ ਭੋਲੇ ਸੁਭਾਅ ਵਾਲੀ ਬਣੀ ਰਹੋ। ਅਹੰਕਾਰ ਛੱਡ ਕੇ ਆਪਣੇ ਖਸਮ ਪ੍ਰਭੂ ਦੇ ਚਰਨਾਂ ਦੇ ਵਿੱਚ ਟਿਕੀ ਰਹੋ। ਵੇਖੀ ਉਸ ਦਾ ਪੱਲਾ ਛੱਡ ਕੇ ਕਿਸੇ ਹੋਰ ਥਾਂ ਨਾ ਭਟਕਦੀ ਫਿਰੀ। ਉਹੀ ਦਾਸੀ ਸੁਭਾਗ ਹੈ ਜੋ ਆਪਣੇ ਖਸਮ ਦੀ ਸੰਗਤ ਦੇ ਵਿੱਚ ਰਹਿੰਦੀ ਹੈ। ਹੇ ਸਹੇਲੀਏ, ਮੈਨੂੰ ਵੀ ਪ੍ਰਭੂ ਪਤੀ ਦੀ ਭਗਤੀ ਹੀ ਪਿਆਰੀ ਲੱਗਦੀ ਹੈ। ਜਿਹੜੀ ਜੀਵ ਇਸਤਰੀ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਪ੍ਰਭੂ ਦੇ ਗੁਣ ਗਾਉਂਦੀ ਹੈ, ਉਹ ਦਾਸੀ ਆਪਣੇ ਖਸਮ ਪ੍ਰਭੂ ਦੀ ਸੰਗਤ ਵਿੱਚ ਸੋਭਦੀ ਹੈ। ਸੋ ਸਹੇਲੀਏ, ਗੁਰੂ ਦੇ ਬਖਸ਼ੇ ਗਿਆਨ ਦੀ ਰਾਹੀਂ ਗੁਣਾਂ ਦੇ ਅਥਾਹ ਸਮੁੰਦਰ ਪ੍ਰਭੂ ਦੇ ਵਿੱਚ ਚੁੱਭੀ ਲਾ ਕੇ ਉਸ ਪ੍ਰਭੂ ਦਾ ਗੁਣਨਵਾਦ ਕਰਨਾ ਚਾਹੀਦਾ ਹੈ। ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ। ਰਸਾਂ ਦਾ ਸੋਮਾ, ਰਸਾਂ ਦਾ ਮਾਲਕ ਪ੍ਰਭੂ ਉਸ ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ, ਜੋ ਉਸ ਦੇ ਸਦਾ ਥਿਰ ਨਾਮ ਦੇ ਵਿੱਚ ਪਿਆਰ ਪਾਉਂਦੀ ਹੈ। ਹੇ ਨਾਨਕ, ਜਿਸ ਭਾਗ ਜੀਵ ਇਸਤਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤ ਬਖਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ। ਹੇ ਭਾਈ, ਜਿਹੜੀ ਜੀਵ ਇਸਤਰੀ ਦੀ ਜੀਵਨ ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ, ਜਿਹੜੀ ਜੀਵ ਇਸਤਰੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਦੇ ਵਿੱਚ ਲੀਨ ਰਹਿੰਦੀ ਹੈ, ਉਹ ਜੀਵ ਇਸਤਰੀ ਮਾਇਆ ਦੇ ਪਤੀ ਪ੍ਰਭੂ ਦੇ ਪਿਆਰ ਵਸ ਹੋ ਜਾਂਦੀ ਹੈ। ਉਹ ਜੀਵ ਇਸਤਰੀ ਪਤੀ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਹੈ। ਹੇ ਭਾਈ, ਸਤ ਸੰਗਣ ਸਹੇਲੀਆਂ ਦੇ ਨਾਲ ਮਿਲ ਕੇ ਜਿਹੜੀ ਜੀਵ ਇਸਤਰੀ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਲੀਨ ਹੁੰਦੀ ਹੈ, ਪ੍ਰਭੂ ਪਤੀ ਦੇ ਚਰਨਾਂ ਵਿੱਚ ਜੁੜਦੀ ਹੈ, ਪਰਮਾਤਮਾ ਦੇ ਪਿਆਰ ਦੇ ਵਿੱਚ ਇਕਾਗਰ ਮਨ ਟਿਕਣ ਦੇ ਕਾਰਨ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵਸਦਾ ਹੈ। ਉਸ ਦੇ ਅੰਦਰ ਇਹ ਸ਼ਰਧਾ ਬਣ ਜਾਂਦੀ ਹੈ ਕਿ ਗੁਰੂ ਨੇ ਮੈਨੂੰ ਪ੍ਰਭੂ ਦੇ ਚਰਨਾਂ ਵਿੱਚ ਮਿਲਾਇਆ ਹੈ। ਉਹ ਜੀਵ ਇਸਤਰੀ ਨੂੰ ਦਿਨ ਰਾਤ ਘੜੀ ਪਲ ਕਿਸੇ ਵੇਲੇ ਵੀ ਪਰਮਾਤਮਾ ਦੀ ਯਾਦ ਨਹੀਂ ਭੁੱਲਦੀ। ਉਹ ਜੀਵ ਇਸਤਰੀ ਹਰੇਕ ਸਾਹ ਦੇ ਨਾਲ ਨਿਰੰਜਨ ਪ੍ਰਭੂ ਨੂੰ ਚੇਤੇ ਰੱਖਦੀ ਹੈ। ਹੇ ਨਾਨਕ, ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਅੰਦਰ ਰੱਬੀ ਜੋਤ ਜਗਾ ਕੇ ਦੀਵਾ ਜਗਾ ਕੇ ਉਸ ਜੀਵ ਇਸਤਰੀ ਆਪਣੇ ਅੰਦਰੋਂ ਹਰੇਕ ਡਰ ਸਹਿਮ ਨਾਸ ਕਰ ਲੈਂਦੀ ਹੈ। ਹੇ ਸਹੇਲੀਏ, ਪਰਮਾਤਮਾ ਦੀ ਜੋਤ ਹਰ ਥਾਂ ਪਸਰੀ ਹੋਈ ਹੈ। ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ। ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਦੇ ਵਿੱਚ ਮੌਜੂਦ ਹੈ। ਹੇ ਸਹੇਲੀਏ, ਉਹ ਪਰਮਾਤਮਾ ਆਦ੍ਰਿਸ਼ਟ ਹੈ, ਬੇਅੰਤ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ। ਆਪਾ ਭਾਵ ਮਾਰ ਕੇ ਹੀ ਉਸ ਨੂੰ ਮਿਲ ਸਕੀਦਾ ਹੈ। ਹੇ ਸਹੇਲੀਏ, ਆਪਣੇ ਅੰਦਰੋਂ ਹਉਮੈ ਮਾਇਆ ਜੋਨ ਦੀ ਖਿੱਚ
ਤੇ ਲਾਲਚ ਸਾੜਦੇ। ਸਹੇਲੀਏ, ਹਉਮੈ ਮਮਤਾ ਲੋਭ ਆਦਿਕ ਦੀ ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ। ਸੋ ਹੇ ਸਹੇਲੀਏ, ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੁਰ ਕੇ ਜੀਵਨ ਬਤੀਤ ਕਰ ਅਤੇ ਅਰਦਾਸ ਕਰਿਆ ਕਰ, ਹੇ ਤਾਰਨਹਾਰ ਪ੍ਰਭੂ, ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਲੈ। ਇਸ ਤਰ੍ਹਾਂ ਹੇ ਸਹੇਲੀਏ, ਗੁਰੂ ਦੇ ਦਰ ਤੇ ਜਾ ਕੇ ਪਰਮਾਤਮਾ ਦਾ ਦਰਸ਼ਨ ਕਰ ਲਏਂਗੀ। ਹੇ ਨਾਨਕ, ਹੇ ਸਹੇਲੀਏ, ਜਿਹੜੀ ਜੀਵ ਇਸਤਰੀ ਪ੍ਰਭੂ ਦੇ ਨਾਮ ਆਪਣੇ ਹਿਰਦੇ ਵਿੱਚ ਵਸਾਉਂਦੀ ਹੈ, ਉਹ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਜਲ ਚੱਖ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੀ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਇਹ ਜਿਹੜਾ ਸ਼ਬਦ ਹੈ, ਇਸ ਨੂੰ ਕੀਰਤਨ ਰੂਪ ਦੇ ਵਿੱਚ ਸਰਵਣ ਕਰਦੇ ਹਾਂ। ਮੇਰੇ ਖਿਆਲ ਦੇ ਵਿੱਚ ਇਹ ਚੌਪਦਿਆਂ ਵਾਲਾ ਜਿਹੜਾ ਸ਼ਬਦ ਹੈ, ਪਹਿਲਾ ਪਦਾ ਹੀ ਗਾਇਨ ਕੀਤਾ ਗਿਆ ਹੈ। ਦੱਖਣੀ ਬਿਲਾਵਲ ਦੇ ਵਿੱਚ ਗਾਇਨ ਕੀਤਾ ਹੈ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਨੇ। ਬਿਲਾਵਲ ਮਹੱਲਾ ਪਹਿਲਾ, ਛੰਤ ਦਖਣੀ ਇਕ ਓੰਕਾਰ ਸਤਿਗੁਰ ਪ੍ਰਸਾਦ।
ਵੇਖ ਫਿਰ ਸਾਧਰਿਆ ਮੁੰਧਨ ਵੇਲੜੀਆ ਮੁੰਧਨ ਵੇਲੜੀਆ ਗੋਇਲ ਆਈ ਰਾਮ ਮੁੰਧਨ ਵੇਲੜੀਆ ਮੁੰਧਨ ਵੇਲੜੀਆ ਮਟਕੀ ਡਾਰ ਤਰੀ ਮਟਕੀ ਡਾਰ ਤਰੀ ਹਰ ਲਿਵਲਾਈ ਰਾਮ ਮੁੰਧਨ ਵੇਲੜੀਆ ਗੋਇਲ ਆਈ ਰਾਮ ਮੁੰਧਨ ਵੇਲੜੀਆ ਮੁੰਧਨ ਵੇਲੜੀਆ। ਹਾਂਜੀ, ਇਹ ਸਨ ਪ੍ਰੋਫੈਸਰ ਸੁਰਿੰਦਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਹੁਣ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਬਿਲਾਵਲ ਫਸਟ ਮਹਿਲ ਸ਼ਾਂਤ ਦੱਖਣੀ one universal creator God by the grace of the true Guru. The young, innocent soul bride has come to the pasture lands of this world. Laying aside her picture of worldly concern, she lovingly attunes herself to her Lord. She remains lovingly absorbed in the pasture of the Lord, automatically embellished with the word of Shabad. With her palms pressed together, she prays to the Guru to unite her with her true beloved Lord. Seeing his bride's loving devotion, the beloved Lord eradicates unfulfilled sexual desire and unresolved anger. O Nanak, the young, innocent bride is so beautiful. Seeing her husband Lord, she is comforted. Truthfully, O young soul bride, your youth keeps you innocent. Do not come and go anywhere. Stay with your husband Lord. I will stay with my husband Lord. I am his handmaiden. Devotional worship to the Lord is pleasing to me. I know the unknowable and speak the unspoken. I sing the glorious praises of the celestial Lord God. She who chants and savors the taste of the Lord's name is loved by the true Lord. The Guru grants her the gift of the Shabad. O Nanak, she contemplates and reflects upon it. She who is fascinated by the Supreme Lord sleeps with her husband Lord. She walks in harmony with the Guru's will, attuned to the Lord. The soul bride is attuned to the truth and sleeps with the Lord, along with her companions and sister soul brides, loving the one Lord with one pointed mind. The Naam dwells within. I am united with the true Guru day and night. With each and every breath, I do not forget the immaculate Lord for a moment, even for an instant. So light the lamp of the Shabad, O Nanak, and burn away your fear. O soul bride, the Lord's light pervades all the three worlds. He is pervading each and every heart, and invisible and infinite Lord. He is invisible and infinite, infinite and true. Subduing his self-conceit, one meets him. So burn away your egotistical pride, attachment and greed with the word of the Shabad. Wash away your filth.
When you go to the Lord's door, you shall receive the blessed vision of his darshan. By his will, the Saviour will carry you across and save you. Tasting the ambrosial nectar of the Lord's name, the soul bride is satisfied, O Nanak. She enshrines him in her heart. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਰਾਗ ਬਿਲਾਵਲ ਦੇ ਵਿੱਚ ਬਿਲਾਵਲ ਦੱਖਣੀ ਦੇ ਵਿੱਚ ਉਚਾਰਨ ਕੀਤਾ ਹੋਇਆ ਛੰਦ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 843 ਅੰਕ ਤੇ ਸੁਸ਼ੋਭਿਤ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ।
ਹਾਂਜੀ, ਇਹ ਸਨ ਬੀਬੀ ਗੁਰਪ੍ਰੀਤ ਕੌਰ ਤੇ ਬੀਬੀ ਕੀਰਤ ਕੌਰ, ਬੀਬੀ ਜਪਜੀਤ ਕੌਰ ਤੇ ਬੀਬੀ ਜਸਲੀਨ ਕੌਰ। ਤੇ ਉਹਨਾਂ ਨੇ ਇਹ ਜਿਹੜਾ ਸ਼ਬਦ ਗਾਇਨ ਕੀਤਾ ਰਾਗ ਸਾਰੰਗ ਦੇ ਵਿੱਚ। ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਆਓ ਇੱਕ ਹੋਰ ਸ਼ਬਦ ਜਿਹੜਾ ਹੈ ਉਹ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਲੜੀ ਸ਼ੁਰੂ ਕੀਤੀ ਹੈ ਸਿੱਖ ਸਿਧਾਂਤ ਦੇ ਵਿੱਚੋਂ, ਤੇ ਉਹਦੇ ਵਿੱਚ 10 ਗੁਰੂ ਸਾਹਿਬਾਨ ਦਾ ਸੰਖੇਪ ਇਤਿਹਾਸ ਜਿਹੜਾ ਹੈ ਲੇਖਕ ਨੇ ਦਰਜ ਕੀਤਾ ਹੈ ਤੇ ਅਸੀਂ ਉਸੇ ਦੇ ਵਿੱਚੋਂ ਅੱਜ ਸ਼ੁਰੂ ਕਰਾਂਗੇ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਗੱਲਾਂ ਦੇ ਨਾਲ। ਅਗਲਾ ਜਿਹੜਾ ਹੈ ਸ਼ਬਦ ਉਸ ਤੋਂ ਬਾਅਦ। ਤੇ ਆਓ ਸੁਣਦੇ ਹਾਂ ਅਗਲਾ ਸ਼ਬਦ ਜਿਸ ਨੂੰ ਗਾਇਨ ਕੀਤਾ ਹੈ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾ ਵਾਲਿਆਂ ਨੇ। ਗਲੀਏ ਚਿੱਕੜ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਗਲੀਏ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਚਲਾ ਤਾਂ ਭੇਜੈ ਕੰਬਲੀ ਰਹਾ ਤਾਂ ਟੁੱਟੈ ਨੇ ਹੋ ਚਲਾ ਤਾਂ ਭੇਜੈ ਕੰਬਲੀ ਰਹਾ ਤਾਂ ਟੁੱਟੈ ਨੇ ਹੋ ਰਹਾ ਤਾਂ ਟੁੱਟੈ ਰਾਹਤ ਟੁੱਟੇ ਨੇ ਗਲੀਏ ਚਿੱਕੜ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਨਾਲ ਪਿਆਰੇ ਨੇ ਨਾਲ ਪਿਆਰੇ ਜੋ ਸਿਜੋ ਕੰਬਲੀ ਅੱਲ੍ਹਾਹ ਵਰਸੋ ਮੇ ਹੋ ਜੋ ਸਿਜੋ ਕੰਬਲੀ ਅੱਲ੍ਹਾਹ ਵਰਸੋ ਮੇ ਹੋ ਜਾਏ ਸਜਣਾ ਟੁੱਟੋ ਨਹੀਂ ਨੇ ਹੋ ਜਾਏ ਮਿਲਾ ਤਿੰਨਾ ਸਜਣਾ ਟੁੱਟੋ ਨਹੀਂ ਨੇ ਹੋ ਟੁੱਟੋ ਨਹੀਂ ਨੇ ਟੁੱਟੋ ਨਹੀਂ ਨੇ
ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚਲੀਏ ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ ਤਾਕੈ ਪਾਛੈ ਜੀਵਣਾ ਤਾਕੈ ਪਾਛੈ ਜੀਵਣਾ ਗਲੀਏ ਪ੍ਰੀਤਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਜਲਾ ਤਪਿਜੈ ਕੰਬਲੀ ਰਹਾ ਤਤ ਟੈਨੇ ਹੋ ਚਲਾ ਤਪਿਜੈ ਕੰਬਲੀ ਰਹਾ ਤਤ ਟੈਨੇ ਹੋ ਰਹਾ ਤਤ ਟੈਨੇ ਹੋ ਰਹਾ ਤਤ ਟੈਨੇ ਹੋ ਗਲੀਏ ਚਿੱਕੜ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹੋ ਨਾਲ ਪਿਆਰੇ ਨੇ ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ, ਜਿਹੜੀਆਂ ਵਿਚਾਰਾਂ ਅਸੀਂ ਗੱਲ ਕੀਤੀ ਸੀ ਕਿ 10 ਗੁਰੂ ਸਾਹਿਬਾਨ ਦਾ ਸੰਖੇਪ ਜੀਵਨ ਜਿਹੜਾ ਹੈ, ਉਹ ਸਿੱਖ ਸਿਧਾਂਤ ਜਿਹੜੀ ਕਿਤਾਬ ਜਿਹਦੇ ਵਿੱਚੋਂ ਅਸੀਂ ਆਪ ਜੀ ਦੇ ਨਾਲ ਵਿਚਾਰਾਂ ਲੜੀਵਾਰ ਸਾਂਝੀਆਂ ਕਰਦੇ ਆਏ ਹਾਂ। ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲੇ, ਉਹਨਾਂ ਦੇ ਲਿਖੇ ਹੋਏ ਸ਼ਬਦ ਆਪ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੰਬੰਧ ਦੇ ਵਿੱਚ ਆਪ ਜੀ ਲਿਖਦੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਨਮ ਮਾਰਚ 1504 ਈਸਵੀ ਦੇ ਵਿੱਚ ਸ੍ਰੀ ਫੇਰੂਮਲ ਦੇ ਗ੍ਰਹਿ ਮਾਤਾ ਸਵਰਾਈ ਜੀ, ਜਿਨ੍ਹਾਂ ਨੂੰ ਕਈ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਲਿਖਿਆ ਹੈ, ਦੀ ਕੁੱਖੋਂ ਮਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹੋਇਆ। ਆਪ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਦੇ ਨਾਲ ਪਿੰਡ ਸੰਗੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ 2 ਪੁੱਤਰ ਭਾਈ ਦਾਸੂ ਜੀ ਤੇ ਭਾਈ ਦਾਤੂ ਜੀ ਤੇ 2 ਬੇਟੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਸਨ। ਗੁਰੂ ਸਾਹਿਬ ਜੀ ਦਾ ਅਸਲ ਪਹਿਲਾ ਨਾਮ ਭਾਈ ਲਹਿਣਾ ਜੀ ਸੀ। ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੱਖ ਭਾਈ ਜੋਧਾ ਜੀ ਤੋਂ ਅੰਮ੍ਰਿਤ ਵੇਲੇ ਗੁਰੂ ਜੀ ਦੀ ਬਾਣੀ ਸੁਣੀ ਤੇ ਉਹਨਾਂ ਦੇ ਮਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਦੀ ਤੀਬਰ ਇੱਛਾ ਪੈਦਾ ਹੋਈ।
ਆਪ ਜੀ ਜਵਾਲਾਮੁਖੀ ਦੇਵੀ ਦੇ ਉਪਾਸ਼ਕ ਸਨ। ਕੁਝ ਸਮੇਂ ਬਾਅਦ ਜਦੋਂ ਉਹ ਆਪਣੇ ਸੰਗੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਲਈ ਯਾਤਰਾ ਤੇ ਜਾ ਰਹੇ ਸਨ, ਤਾਂ ਕਰਤਾਰਪੁਰ ਤੋਂ 8 ਮੀਲ ਦੀ ਦੂਰੀ ਤੇ ਉਹਨਾਂ ਨੇ ਪੜਾਅ ਕੀਤਾ। ਇਹ ਉਹੀ ਕਰਤਾਰਪੁਰ ਹੈ ਜਿਹੜਾ ਲਈ ਲਾਂਘਾ ਜਿਹੜਾ ਹੈ ਪਿਛਲੇ 2019 ਦੇ ਵਿੱਚ ਖੁੱਲਿਆ ਸੀ। ਇੱਕ ਹੋਰ ਕਰਤਾਰਪੁਰ ਜਲੰਧਰ ਦੇ ਨੇੜੇ ਹੈ, ਉਹਦੀ ਗੱਲ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੇ ਕਰਤਾਰਪੁਰ ਦੀ ਗੱਲ ਹੈ। ਸਾਥੀਆਂ ਨੂੰ ਰਾਤ ਵਿਸ਼ਰਾਮ ਕਰਨ ਦੇ ਲਈ ਛੱਡ ਕੇ ਆਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਗਏ ਤੇ ਇੰਨੇ ਨਿਹਾਲ ਹੋ ਗਏ ਕਿ ਹਮੇਸ਼ਾ ਵਾਸਤੇ ਉਹਨਾਂ ਦੇ ਹੀ ਹੋ ਗਏ। ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਕੌਤਕ ਰਚ ਕੇ ਗੁਰਸਿੱਖ ਦਾ ਨਮੂਨਾ ਸੰਸਾਰ ਨੂੰ ਪੇਸ਼ ਕਰਨਾ ਸੀ, ਜੋ ਗੁਰੂ ਦਾ ਬਚਨ ਸਤ-ਸਤ ਕਰਕੇ ਮੰਨੇ, ਜਿਸ ਦੀਆਂ ਮਿਹਰਾਂ ਭਾਈ ਲਹਿਣਾ ਜੀ ਨੂੰ ਪ੍ਰਾਪਤ ਹੋਈਆਂ। ਤੇ ਭਾਈ ਲਹਿਣਾ ਜੀ ਜਿਹੜੇ ਕਿ ਬਾਅਦ ਦੇ ਵਿੱਚ ਗੁਰੂ ਅੰਗਦ ਦੇਵ ਜੀ ਬਣੇ, ਉਹਨਾਂ ਦੀਆਂ ਬਹੁਤ ਹੀ ਕਰੜੀਆਂ ਪ੍ਰੀਖਿਆਵਾਂ ਹੋਈਆਂ। ਗੁਰੂ ਸੇਵਾ ਦੌਰਾਨ ਸਿੱਖੀ ਦੀ ਕਸਵੱਟੀ ਲਈ ਅਨੇਕਾਂ ਹੀ ਪ੍ਰੀਖਿਆਵਾਂ ਹੋਈਆਂ, ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਤੇ ਲక్ష్ਮੀ ਦਾਸ ਗੁਰੂ ਪਿਤਾ ਦੇ ਬਚਨ ਨਹੀਂ ਮੰਨ ਸਕੇ, ਪਰ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਗੁਰੂ ਜੀ ਦਾ ਹੁਕਮ ਸਤ-ਸਤ ਕਰਕੇ ਮੰਨਿਆ। ਗੁਰੂ ਸਾਹਿਬ ਦੀ ਖੁਸ਼ੀ ਲਈ ਕਸਵੱਟੀ ਉੱਪਰ ਖਰੇ ਉਤਰੇ। ਇਹਨਾਂ ਪ੍ਰੀਖਿਆਵਾਂ ਦੇ ਵਿੱਚੋਂ ਕੁਝ ਕੁ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਨੇ, ਜਿਵੇਂ ਕਿ ਝੋਨੇ ਦੇ ਖੇਤਾਂ ਦੇ ਵਿੱਚੋਂ ਚਿੱਕੜ ਦੇ ਨਾਲ ਲਿਬੜੇ ਹੋਏ ਘਾਹ ਦੀ ਪੰਡ ਚੁੱਕੀ, ਜਿਸ ਦੇ ਨਾਲ ਆਪ ਜੀ ਦੇ ਰੇਸ਼ਮੀ ਕੱਪੜੇ ਖਰਾਬ ਹੋ ਗਏ। ਗੰਦੇ ਪਾਣੀ ਦੇ ਟੋਏ ਦੇ ਵਿੱਚੋਂ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਬਰਤਨ ਕੱਢਿਆ। ਅੱਧੀ ਰਾਤ ਨੂੰ ਹੁਕਮ ਮੰਨ ਕੇ ਗੁਰੂ ਜੀ ਦੇ ਕੱਪੜੇ ਧੋਣ ਜਾਣਾ। ਅੱਧੀ ਰਾਤ ਨੂੰ ਵਰਦੇ ਮੀਂਹ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਹੁਕਮ ਮੰਨ ਕੇ ਘਰ ਦੀ ਕੰਧ ਦੀ ਕਈ ਵਾਰੀ ਉਸਾਰੀ ਕਰਨੀ, ਜਦ ਕਿ ਬਾਕੀ ਦੇ ਕਈ ਸਿੱਖਾਂ ਨੇ ਤੇ ਇੱਥੋਂ ਤੱਕ ਉਹਨਾਂ ਦੇ ਸਪੁੱਤਰਾਂ ਨੇ ਵੀ ਕਹਿ ਦਿੱਤਾ ਕਿ ਇਹ ਜਿਹੜੀ ਕੰਧ ਚਲੋ ਰਾਤ ਨੂੰ ਡਿੱਗ ਪਈ ਆ ਤੇ ਸਵੇਰ ਨੂੰ ਬਣਾ ਲਾਂਗੇ, ਪਰ ਗੁਰੂ ਮਹਾਰਾਜ ਕਹਿੰਦੇ ਹੁਣੇ ਇਹਦੀ ਉਸਾਰੀ ਕਰੋ। ਤੇ ਇੱਕ ਐਸੇ ਭਾਈ ਲਹਿਣਾ ਜੀ ਜਾਂ ਜਿਹੜੇ ਬਾਅਦ ਚ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ, ਉਹੀ ਐਸੇ ਸਨ ਜਿਨ੍ਹਾਂ ਨੇ ਹੁਕਮ ਮੰਨਿਆ ਤੇ ਉਸੇ ਵੇਲੇ ਕੰਮ ਸ਼ੁਰੂ ਕੀਤਾ ਤੇ ਕੰਧ ਡਿੱਗਦੀ ਗਈ ਤੇ ਕਈ ਵਾਰੀ ਉਸ ਦੀ ਉਸਾਰੀ ਦੁਬਾਰਾ ਕਰਨੀ ਪਈ। ਅੰਮ੍ਰਿਤ ਵੇਲੇ ਦਰਿਆ ਦੇ ਕੰਢੇ ਜਾ ਕੇ ਗੁਰੂ ਜੀ ਦੇ ਇਸ਼ਨਾਨ ਸਮੇਂ ਭਾਰੀ ਝੱਖੜ, ਮੀਂਹ ਤੇ ਗੜਿਆਂ ਦੇ ਵਿੱਚ ਵੀ ਗੁਰੂ ਸਾਹਿਬ ਦੇ ਕੱਪੜੇ ਜਿਹੜੇ ਸੰਭਾਲਣੇ। ਭਾਰੀ ਬਾਰਿਸ਼ ਦੇ ਵਿੱਚ ਲੰਗਰ ਦੀ ਸਮੱਗਰੀ ਖਤਮ ਹੋਣ ਤੇ ਗੁਰੂ ਜੀ ਦੇ ਹੁਕਮ ਅਨੁਸਾਰ ਕਿੱਕਰ ਤੇ ਚੜ੍ਹ ਕੇ ਹਲੂਣੇ ਦੇਣੇ ਕਿ ਸੰਗਤਾਂ ਨੂੰ ਲਈ ਖਾਣ ਲਈ ਪਦਾਰਥ ਗਿਰਨਗੇ, ਜਦ ਕਿ ਦੂਸਰਿਆਂ ਨੇ ਕਿਹਾ ਕਿ ਕਦੀ ਕਿੱਕਰਾਂ ਤੋਂ ਜਾਂ ਬਣਾ ਦੇ ਦਰਖਤ ਤੋਂ ਜਿਹੜੇ ਆ ਕਦੀ ਖਾਣ ਵਾਲੀਆਂ ਚੀਜ਼ਾਂ ਨਹੀਂ ਡਿੱਗਦੀਆਂ। ਇੱਥੇ ਮਤਲਬ ਇਹ ਸੀ ਕਿ ਗੁਰੂ ਸਾਹਿਬ ਦਾ ਹੁਕਮ ਮੰਨਣਾ। ਤੇ ਇਹੀ ਕਈ ਥਾਵਾਂ ਤੇ ਲਿਖਿਆ ਹੈ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਨੇ ਕਿਹਾ ਕਿ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕਿ ਦਰਖਤ ਦੇ ਉੱਤੋਂ ਮਠਿਆਈ ਡਿਗੇ ਜਾਂ ਨਾ ਡਿਗੇ, ਮੈਂ ਤਾਂ ਆਪਣੇ ਗੁਰੂ ਦਾ ਹੁਕਮ ਮੰਨਣਾ ਹੈ। ਜੇ ਗੁਰੂ ਕਹਿੰਦਾ ਹੈ ਡਿਗੇਗੀ ਤਾਂ ਡਿਗੇਗੀ। ਤੇ ਇਸੇ ਤਰ੍ਹਾਂ ਇੱਕ ਵਾਰ ਪ੍ਰੀਖਿਆ ਲਈ ਕਿ ਮੁੱਠੀ ਦੇ ਵਿੱਚ ਟਕਾ ਰੱਖ ਕੇ ਗੁਰੂ ਸਾਹਿਬ ਨੇ ਪੁੱਛਿਆ ਕਿ ਮੁੱਠੀ ਦੇ ਵਿੱਚ ਕੀ ਹੈ। ਭਾਈ ਲਹਿਣਾ ਜੀ ਨੇ ਉੱਤਰ ਦਿੱਤਾ ਕਿ ਮਹਾਰਾਜ, ਮੇਰੀ ਤੁਸ਼ ਬੁੱਧੀ ਅਨੁਸਾਰ ਆਪ ਜੀ ਦੀ ਮੁੱਠੀ ਅੰਦਰ ਸਾਰਾ ਬ੍ਰਹਿਮੰਡ ਤਾਂ ਹੈ ਹੀ, ਪਰ ਉਸ ਤੋਂ ਹੋਰ ਵੀ ਜ਼ਿਆਦਾ ਹੈ ਜੇ ਹੋਵੇ ਤਾਂ ਮੇਰੀ ਸਮਝ ਤੋਂ ਪਰੇ ਹੈ। ਅੱਧੀ ਰਾਤ ਨੂੰ ਗੁਰੂ ਸਾਹਿਬ ਦੇ ਵੱਲੋਂ ਸਮੇਂ ਬਾਰੇ ਪੁੱਛਣ ਤੇ ਭਾਈ ਲਹਿਣਾ ਜੀ ਦਾ ਉੱਤਰ ਇਹ ਸੀ ਕਿ ਹਜ਼ੂਰ ਆਪ ਜੀ ਤਾਂ ਸਾਰੀ ਸ੍ਰਿਸ਼ਟੀ ਦੇ ਕਰਤਾ ਹੋ, ਸਮਾਂ ਬਣਾਉਣ ਵਾਲੇ ਹੋ, ਰਾਤ ਦਿਨ ਬਣਾਉਣ ਵਾਲੇ ਹੋ। ਜਿੰਨੀ ਰਾਤ ਆਪ ਨੇ ਬਤਾ ਦਿੱਤੀ ਬੀਤ ਗਈ, ਜਿੰਨੀ ਛੱਡ ਦਿੱਤੀ ਉਹ ਰਹਿ ਗਈ। ਇਸੇ ਤਰ੍ਹਾਂ ਧਾਨਕ ਦਾ ਰੂਪ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਹੈ ਧਾਰਿਆ ਤੇ ਭਾਈ ਲਹਿਣਾ ਜੀ ਨੂੰ ਸੋਟਾ ਮਾਰ ਕੇ ਕਿਹਾ ਕਿ ਇੱਥੋਂ ਨੱਸ ਜਾ। ਭਾਈ ਲਹਿਣਾ ਜੀ ਤਾਂ ਚਲੇ ਤਾਂ ਗਏ ਪਰ ਫਿਰ ਵਾਪਸ ਆ ਗਏ। ਗੁਰੂ ਜੀ ਨੇ ਕਿਹਾ ਕਿਉਂ ਆਇਆ ਹੈ? ਤਾਂ ਭਾਈ ਲਹਿਣਾ ਜੀ ਨੇ ਬੇਨਤੀ ਕੀਤੀ, ਗੁਰੂ ਮਹਾਰਾਜ, ਮੇਰਾ ਕੋਈ ਘਰ ਟਿਕਾਣਾ ਨਹੀਂ ਰਿਹਾ।
ਆਪ ਜੀ ਦੇ ਚਰਨ ਹੀ ਮੇਰੇ ਲਈ ਸਭ ਕੁਝ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਣ ਲੱਗੇ, ਮੈਂ ਵੀ ਆਪਣਾ ਘਰ ਟਿਕਾਣਾ ਟੋਲ ਰਿਹਾ ਸੀ, ਜਿਸ ਵਿੱਚ ਮੈਂ ਆਪਣੀ ਜੋਤ ਟਿਕਾ ਸਕਾਂ। ਮੈਨੂੰ ਹੁਣ ਉਹ ਟਿਕਾਣਾ ਮਿਲ ਪਿਆ ਹੈ। ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਭਾਈ ਲਹਿਣਾ ਜੀ ਨੇ ਮੁਰਦਾ ਖਾਣ ਵਾਸਤੇ ਉਸ ਤੋਂ ਚਾਦਰ ਉਠਾਉਣੀ ਤੇ ਕੀ ਅਨੁਭਵ ਕਰਦੇ ਨੇ ਕਿ ਹਰ ਜਗ੍ਹਾ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਨਾਨਕ ਹੀ ਵਿਆਪਕ ਹਨ। ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ, ਨਾਨਕ ਨਾ ਮੜੀ ਨਾ ਗੌਰ, ਨਾਨਕ ਹਿਰ ਅੰਗਦ ਕੇ ਹੀਏ ਮੇ। ਭਾਵ ਕਿ ਜਿਹੜਾ ਹੈ ਨਾਨਕ ਹੈ ਉਹ ਨਾ ਕਿਸੇ ਮੜੀ ਜਾਂ ਕਿਸੇ ਕਬਰ ਵਿੱਚ ਹੋਵੇਗਾ, ਉਹ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਵਿੱਚ ਹੋਏਗਾ। ਇਹਨਾਂ ਪ੍ਰੀਖਿਆਵਾਂ ਦੁਆਰਾ ਭਾਈ ਲਹਿਣਾ ਜੀ ਨੇ ਹੁਕਮ ਮੰਨਣ ਤੇ ਸੱਤ ਬਚਨੀ ਹੋਣ ਦੀਆਂ ਸਿਖਰਾਂ ਨੂੰ ਛੁਹਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਲਹਿਣਾ ਜੀ ਦਾ ਨਾਂ ਅੰਗਦ, ਆਪਣਾ ਅੰਗ ਰੱਖ ਦਿੱਤਾ ਅਤੇ ਸੰਨ 1539 ਦੇ ਵਿੱਚ ਬਾਬਾ ਅੰਗਦ ਜੀ ਦੇ ਅੱਗੇ 5 ਪੈਸੇ ਤੇ ਨਾਰੀਅਲ ਰੱਖ 5 ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ। ਗੁਰਗੱਦੀ ਸਮੇਂ ਵੀ ਮਾਤਾ ਸੁਲੱਖਣੀ ਜੀ ਦੇ ਮਨ ਦੇ ਵਿੱਚ ਸ਼ੰਕੇ ਨੂੰ ਨਿਵਾਰਨ ਦੇ ਲਈ ਗੁਰੂ ਸਾਹਿਬ ਨੇ ਦੀਵਾਨ ਦੇ ਵਿੱਚ ਬਿੱਲੀ ਦੁਆਰਾ ਮਾਰ ਸੁੱਟੇ ਚੂਹੇ ਨੂੰ ਚੁੱਕ ਕੇ ਬਾਹਰ ਸੁੱਟਣ ਦਾ ਹੁਕਮ ਕੀਤਾ ਤਾਂ ਬਾਬਾ ਅੰਗਦ ਜੀ ਨੇ ਭਾਈ ਲਹਿਣਾ ਜੀ ਨੇ ਝੱਟ ਗੁਰੂ ਸਾਹਿਬ ਦਾ ਹੁਕਮ ਸੱਤ ਕਰਕੇ ਮੰਨਿਆ। ਜਦੋਂ ਗੁਰੂ ਜੀ ਦੇ ਦੋਵੇਂ ਸਪੁੱਤਰ ਇਹ ਹੁਕਮ ਮੰਨਣ ਤੋਂ ਨਾ ਮੰਨਣ ਕਰਕੇ ਵਾਂਝੇ ਰਹਿ ਗਏ ਗੁਰਗੱਦੀ ਤੋਂ, ਮਾਤਾ ਜੀ ਦਾ ਵੀ ਸ਼ੰਕਾ ਨਿਵਰਤ ਹੋ ਗਿਆ ਕਿ ਮੇਰੇ ਪੁੱਤਰਾਂ ਨੇ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਨਹੀਂ ਕੀਤੀ। ਗੁਰੂ ਸਾਹਿਬ ਨੇ ਸਾਬਤ ਕਰ ਦਿੱਤਾ ਕਿ ਬਾਬਾ ਅੰਗਦ ਦੇਵ ਜੀ ਹੀ ਉਹਨਾਂ ਦੀ ਗੱਦੀ ਦੇ ਸਹੀ ਵਾਰਸ ਹਨ। ਗੁਰਿਆਈ ਉਪਰੰਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਛੱਡ ਆਏ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਖੇ ਮਾਤਾ ਬਰਾਈ ਦੇ ਘਰ ਇੱਕ ਕਮਰੇ ਦੇ ਵਿੱਚ ਸਮਾਧੀ ਲਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਆਰ ਤੇ ਬੈਰਾਗ ਦੇ ਵਿੱਚ ਲੀਨ ਹੋ ਗਏ। ਮਾਈ ਨੂੰ ਹਦਾਇਤ ਕਰ ਦਿੱਤੀ ਕਿ ਇਸ ਬਾਰੇ ਕਿਸੇ ਨੂੰ ਨਹੀਂ ਦੱਸਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਸਾਰੀਆਂ ਸੰਗਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਵਿਆਕੁਲ ਹੋਈਆਂ ਤਾਂ ਬਾਬਾ ਬੁੱਢਾ ਜੀ ਨੇ ਬੜੀ ਯੁਕਤੀ ਦੇ ਨਾਲ ਗੁਰੂ ਸਾਹਿਬ ਨੂੰ ਸੰਗਤ ਦੇ ਵਿੱਚ ਪ੍ਰਗਟ ਕੀਤਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਸਾਰੇ ਭਾਰਤ ਦੇ ਵਿਦਵਾਨ, ਪੰਡਿਤ, ਜੋਗੀ, ਸਿੱਧ, ਪੀਰ, ਔਲੀਏ, ਮੁੱਲਾ, ਕਾਜੀ ਆਏ ਕਿ ਜਾਣੀਏ ਤਾਂ ਸਹੀ ਕਿ ਗੁਰੂ ਅੰਗਦ ਦੇਵ ਜੀ ਦੇ ਵਿੱਚ ਅਜਿਹਾ ਕੀ ਵਿਸ਼ੇਸ਼ ਅਧਿਆਤਮਕ ਗੁਣ ਹੈ ਕਿ ਉਹਨਾਂ ਅੱਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮੱਥਾ ਟੇਕ ਦਿੱਤਾ, ਜਦੋਂ ਕਿ 4 ਉਦਾਸੀਆਂ ਦੇ ਵਿੱਚ ਸਾਰੀ ਲੋਕਾਈ ਨੇ ਉਹਨਾਂ ਅੱਗੇ ਸਿਰ ਨਵਾਇਆ ਸੀ। ਉਹ ਅਕਾਲ ਪੁਰਖ ਦਾ ਸਰੂਪ ਹੋਣ ਕਰਕੇ ਕਿਸੇ ਅੱਗੇ ਨਹੀਂ ਸਨ ਝੁਕੇ। ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਇਸ ਬਾਰੇ ਪੁੱਛਣ ਤੇ ਗੁਰੂ ਸਾਹਿਬ ਦੇ ਵਚਨ ਸਨ, ਮੇਰੇ ਵਿੱਚ ਕੋਈ ਗੁਣ ਨਹੀਂ, ਮੈਂ ਤਾਂ ਇੱਕ ਗੰਦਾ ਬੱਚਾ ਗੰਦਗੀ ਦੇ ਟੋਏ ਦੇ ਵਿੱਚ ਪਿਆ ਹੋਇਆ ਸਾਂ, ਜਿਸ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੈਨੂੰ ਬਾਹਰ ਕੱਢ ਮੇਰਾ ਗੰਦ-ਮੰਦ ਧੋ ਕੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਪੰਜਾਬੀ ਦੇ 35 ਅੱਖਰਾਂ ਨੂੰ ਤਰਤੀਬ ਦੇ ਨਾਲ ਜੋੜ ਕੇ ਗੁਰਮੁਖੀ ਭਾਸ਼ਾ ਦਾ ਮੁੱਢ ਬੰਨ੍ਹਿਆ। ਬਾਲਾਂ ਦੀਆਂ ਛੋਟੀਆਂ-ਛੋਟੀਆਂ ਕਿਤਾਬਾਂ ਬਣਾਈਆਂ ਤੇ ਗੁਰਮੁਖੀ ਪੜ੍ਹਾਉਣ ਦੇ ਲਈ ਸਕੂਲ ਚਲਾਏ। ਬੱਚਿਆਂ ਦੇ ਖੇਡਣ ਤੇ ਕੁਸ਼ਤੀਆਂ ਕਰਨ ਲਈ ਅਖਾੜੇ ਬਣਾਏ ਤਾਂ ਕਿ ਸਰੀਰ ਰਿਸ਼ਟ-ਪੁਸ਼ਟ ਰਹਿ ਕੇ ਨਾਮ ਜਪ ਸਕਣ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਲਾਈ ਮਰਜ਼ਾਦਾ ਸੰਗਤ ਤੇ ਪੰਗਤ ਨੂੰ ਦ੍ਰਿੜਾ ਕਰਵਾਇਆ ਤੇ ਸੰਨ 1552 ਈਸਵੀ ਦੇ ਵਿੱਚ ਗੁਰੂ ਸਾਹਿਬ ਨੇ ਬਾਬਾ ਅਮਰਦਾਸ ਜੀ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ 5 ਪਰਿਕਰਮਾ ਕੀਤੀਆਂ, ਮੱਥਾ ਟੇਕਿਆ ਤੇ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਤੋਂ ਲਗਵਾ ਕੇ ਤੀਜੇ ਗੁਰੂ ਅਮਰਦਾਸ ਜੀ ਥਾਪਿਆ ਤੇ ਉਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ।
हृदय बसो गोपाल मोरे 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 हृदय बसो गोपाल रस रस गुण गाओ ठाकुर के रस रस गुण गाओ ठाकुर के मोरे हृदय बसो गोपाल 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 नेत्र पुनीत पय दर्श पेखे नेत्र पुनीत पय दर्श पेखे माथे परोरवाल माथे परोरवाल माथे परोरवाल मोरा हृदय बसो गोपाल 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 मोरे हृदय बसो गोपाल मोरे हृदय बसो गोपाल तुम तो राख हार दयाल तुम तो राख हार दयाल राख हार दयाल राख हार दयाल सुंदर सुग बेअंत पिता प्रभ सुंदर सुघर बेअंत पिता प्रभ हो प्रभु कृपाल हो प्रभु कृपाल हो प्रभु कृपाल मोरा हृदय बसो गोपाल मोरा हृदय बसो गोपाल मोरे हृदय बसो गोपाल
ਹਿਰਦੈ ਚਰਨ ਸਬਦ ਸਤਿਗੁਰ ਕੋ ਹਿਰਦੈ ਚਰਨ ਸਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ ਨਾਨਕ ਬਾਧਿਓ ਪਾਲ ਨਾਨਕ ਬਾਧਿਓ ਪਾਲ ਮੁਰ ਹਿਰਦੈ ਬਸੋ ਗੋਪਾਲ 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 ਰਸ ਰਸ ਗੁਣ ਗਾਵੋ ਠਾਕੁਰ ਕੇ ਰਸ ਰਸ ਗੁਣ ਗਾਵੋ ਠਾਕੁਰ ਕੇ ਮੁਰ ਹਿਰਦੈ ਬਸੋ ਗੋਪਾਲ 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 ਮੁਰ ਹਿਰਦੈ ਬਸੋ ਗੋਪਾਲ। ਹਾਂਜੀ, ਇਹ ਆਵਾਜ਼ ਸੀ ਭਾਈ ਸਰਬਜੀਤ ਸਿੰਘ ਜੀ ਦੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਅਗਲਾ ਜਿਹੜਾ ਹੈ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਨਾਲ ਸੰਬੰਧਿਤ ਜਿਹੜੀ ਹੈ ਅਗਲੀ ਵਿਚਾਰ ਹੈ, ਜਿਹੜੀ ਕਿ ਲੇਖਕ ਨੇ ਲਿਖੀ ਹੈ। ਲਿਖਦੇ ਨੇ ਕਿ ਗੁਰੂ ਅਮਰਦਾਸ ਜੀ ਦਾ ਜਨਮ 5 ਮਈ ਸਨ 1479 ਦੇ ਵਿੱਚ ਪਿਤਾ ਸ੍ਰੀ ਤੇਜਭਾਨ ਜੀ ਦੇ ਗ੍ਰਹਿ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਵਹਿਲ ਦੀ ਬੇਟੀ ਮਨਸਾ ਦੇਵੀ, ਜਿਨ੍ਹਾਂ ਨੂੰ ਰਾਮ ਕੌਰ ਵੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ, ਦੇ ਨਾਲ ਹੋਇਆ। ਆਪ ਜੀ ਦੇ 2 ਸਪੁੱਤਰ ਬਾਬਾ ਮੋਰੀ ਜੀ ਤੇ ਬਾਬਾ ਮੋਹਨ ਜੀ ਤੇ 2 ਧੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸਨ। ਆਪ ਜੀ ਵੈਸ਼ਨਵ ਮਤ ਦੇ ਹੋਣ ਕਰਕੇ ਹਰ ਸਾਲ ਹਰਿਦੁਆਰ ਦੀ ਯਾਤਰਾ ਤੇ ਜਾਂਦੇ, ਪਰ ਆਤਮ ਰਸ ਨਹੀਂ ਸੀ ਆਉਂਦਾ। ਜਦੋਂ ਆਪ ਆਪਣੀ 20ਵੀਂ ਯਾਤਰਾ ਸਮੇਂ ਵਾਪਸ ਮੁੜ ਰਹੇ ਸੀ ਤਾਂ ਇੱਕ ਬ੍ਰਹਮਚਾਰੀ ਨੇ ਇਹ ਜਾਣ ਕੇ ਕਿ ਆਪ ਨਗੁਰੇ ਹੋ, ਆਪ ਦਾ ਅੰਨ ਪਾਣੀ ਗ੍ਰਹਿਣ ਨਾ ਕੀਤਾ ਤੇ ਬੁਰਾ ਭਲਾ ਕਹਿੰਦਾ ਹੋਇਆ ਨੱਸ ਗਿਆ। ਇਸ ਤੋਂ ਆਪ ਜੀ ਦੇ ਮਨ ਦੇ ਵਿੱਚ ਗੁਰੂ ਧਾਰਨ ਕਰਨ ਲਈ ਇੱਕ ਗਹਿਰੀ ਠੋਕਰ ਵੱਜੀ। ਇੱਕ ਦਿਨ ਆਪ ਜੀ ਆਪਣੇ ਭਰਾ ਦੀ ਨੂੰਹ ਬੀਬੀ ਅਮਰੋ ਜੀ, ਜੋ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੇਟੀ ਸਨ, ਦੇ ਮੁਖੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਸੁਣੀ ਤੇ ਐਸਾ ਪ੍ਰੇਮ ਜਾਗਿਆ ਕਿ ਆਪਣਾ ਕੁੜਮਾਂ ਵਾਲਾ ਰਿਸ਼ਤਾ ਭੁਲਾ ਆਪ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ। ਉਸ ਸਮੇਂ ਆਪ ਜੀ ਦੀ ਉਮਰ ਲਗਭਗ 61-62 ਵਰ੍ਹੇ ਦੀ ਸੀ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਉਮਰ ਕੋਈ 36 ਸਾਲਾਂ ਦੀ ਸੀ। ਆਪ ਅੰਮ੍ਰਿਤ ਵੇਲੇ ਉੱਠ ਕੇ ਲਗਭਗ 5 ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ, ਗੁਰੂ ਜੀ ਨੂੰ ਇਸ਼ਨਾਨ ਕਰਵਾਉਂਦੇ, ਫਿਰ ਦਿਨ ਰਾਤ ਲੰਗਰ ਦੇ ਵਿੱਚ ਹਰ ਪ੍ਰਕਾਰ ਦੀ ਸੇਵਾ ਅਣਥੱਕ ਹੋ ਕੇ ਕਰਦੇ। ਇੱਕ ਦਿਨ ਕਹਿੰਦੇ ਨੇ ਕਿ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਲਗਭਗ 12 ਸਾਲ ਹੋ ਗਏ। ਇੱਕ ਦਿਨ ਭਰੀ ਸਿਆਲ ਦੀ ਰੁੱਤੇ ਆਪ ਜੀ ਆਪਣੇ ਨੇਮ ਮੁਤਾਬਕ ਬਿਆਸ ਤੋਂ ਜਲ ਦੀ ਗਾਗਰ ਲਿਆ ਰਹੇ ਸੀ। ਜ਼ੋਰਦਾਰ ਮੀਂਹ ਵਰਨ ਦੇ ਕਾਰਨ ਠੱਕਾ ਵਗਣ ਲੱਗ ਪਿਆ, ਭਾਵ ਕਿ ਬਹੁਤ ਸਾਰੀ ਹਨੇਰੀ, ਘੁੱਪ ਹਨੇਰਾ ਸੀ। ਹਨੇਰੀ ਦੇ ਤੇ ਮੀਂਹ ਦਾ ਜ਼ੋਰ ਤੇ ਉਧਰੋਂ ਬਿਰਧ ਸਰੀਰ ਮੋਢੇ ਤੇ ਜਲ ਦੀ ਗਾਗਰ
ਤੇ ਰਾਹ ਦੇ ਵਿੱਚ ਚਿੱਕੜ ਤੇ ਤਿਲਕਣ ਸੀ। ਸਭ ਜਲ ਥਲ ਹੋਣ ਕਾਰਨ ਰਾਹ ਦਾ ਕੋਈ ਪਤਾ ਨਾ ਲੱਗਾ। ਆਪ ਇੱਕ ਜਲਾਹੇ ਦੀ ਖੱਡੀ ਦੇ ਵਿੱਚ ਡਿੱਗ ਪਏ, ਪਰ ਗਾਗਰ ਨਾ ਡਿੱਗਣ ਦਿੱਤੀ। ਖੜਾਕ ਸੁਣ ਕੇ ਜਲਾਹੇ ਨੇ ਜਲਾਹੀ ਨੂੰ ਕਿਹਾ, ਕੋਈ ਖੱਡੀ ਦੇ ਵਿੱਚ ਡਿੱਗ ਪਿਆ ਜਾਪਦਾ ਹੈ, ਪਤਾ ਨਹੀਂ ਕੌਣ ਹੈ। ਜਲਾਹੀ ਨੇ ਉੱਤਰ ਦਿੱਤਾ, ਹੋਣਾ ਇਹ ਅਮਰੂ ਨਿਥਾਵਾਂ, ਜੋ ਆਪਣੇ ਕੋੜਮਾਂ ਦੇ ਦਰ ਤੇ ਟੁੱਕੜ ਖਾਂਦਾ ਫਿਰਦਾ ਹੈ। ਤੇ ਬਾਬਾ ਅਮਰਦਾਸ ਜੀ, ਜਿਹੜੇ ਕਿ ਹਜੇ ਗੁਰੂ ਨਹੀਂ ਸਨ ਬਣੇ, ਆਪ ਜੀ ਉੱਠੇ, ਪਰ ਆਪ ਜੀ ਨੇ ਗੁਰੂ ਦੀ ਨਿੰਦਿਆ ਨਾ ਸਹਾਰਦੇ ਹੋਏ ਕਿਹਾ, ਕਮਲੀਏ, ਮੇਰਾ ਗੁਰੂ ਦੀਨ ਦੁਨੀਆ ਦਾ ਮਾਲਕ ਹੈ, ਮੈਨੂੰ ਉਸ ਦਾ ਟਿਕਾਣਾ ਮਿਲ ਪਿਆ ਹੈ, ਮੈਂ ਨਿਥਾਵਾਂ ਕਿਵੇਂ ਹੋਇਆ। ਦਿਨ ਚੜੇ ਗੁਰੂ ਜੀ ਨੇ ਆਪ ਜੀ ਪਾਸੋਂ ਰਾਤ ਨੂੰ ਰਾਹ ਦੇ ਵਿੱਚ ਵਾਪਰੀ ਘਟਨਾ ਦਾ ਹਾਲ ਪੁੱਛਿਆ। ਇੰਨੇ ਨੂੰ ਜਲਾਹਾ ਵੀ ਉੱਥੇ ਆ ਗਿਆ। ਉਸਨੇ ਰੋਂਦੇ ਕਰਲਾਉਂਦੇ ਹੋਏ ਸਾਰੀ ਗੱਲ ਦੱਸੀ ਤੇ ਕਿਹਾ ਕਿ ਜਲਾਹੀ ਉਦੋਂ ਦੀ ਕਮਲੀ ਹੋਈ ਪਈ ਹੈ, ਜਦ ਦੇ ਜਿਹੜੇ ਬਚਨ ਨੇ ਬਾਬਾ ਜੀ ਦੇ ਮੂੰਹ ਚੋਂ ਨਿਕਲੇ ਨੇ। ਇਸ ਤੇ ਉਸਨੇ ਡਾਢੀ ਭੁੱਲ ਕੀਤੀ ਹੈ, ਮਹਾਰਾਜ ਉਸ ਨੂੰ ਬਖਸ਼ ਦੇਵੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪ ਜੀ ਵੱਲ ਭਾਵ ਕੇ ਗੁਰੂ ਅਮਰਦਾਸ ਜੀ ਵੱਲ ਇਸ਼ਾਰਾ ਕੀਤਾ। ਆਪ ਜੀ ਦੀ ਮਿਹਰ ਭਰੀ ਨਜ਼ਰ ਜੁਲਾਹੀ ਤੇ ਜਦ ਪਈ ਤਾਂ ਸੰਗਤ ਦੇ ਦੇਖਦੇ ਦੇਖਦੇ ਹੀ ਜੁਲਾਹੀ ਦਾ ਜਿਹੜਾ ਉਹਨੂੰ ਝਲ ਚੜਿਆ ਸੀ, ਕਮਲੀ ਹੋਈ ਸੀ, ਉਹ ਠੀਕ ਹੋ ਗਈ। ਫਿਰ ਗੁਰੂ ਜੀ ਨੇ ਬਾਬਾ ਅਮਰਦਾਸ ਜੀ ਨੂੰ ਬਖਸ਼ਿਸ਼ਾਂ ਦਿੰਦਿਆਂ ਹੋਇਆਂ ਕਿਹਾ, ਪੁਰਖਾ, ਤੂੰ ਨਿਮਾਣਿਆਂ ਦਾ ਮਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਨਿਥਾਵਿਆਂ ਦਾ ਥਾਮ ਹੈ, ਤੁਹਾਡੀ ਸੇਵਾ ਥਾਂ ਪਈ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਆਗਿਆ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਨੂੰ 25 ਮਾਰਚ ਸਨ 1552 ਖਡੂਰ ਸਾਹਿਬ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਇਸ ਜਗ੍ਹਾ ਦੇ ਉੱਤੇ ਗੁਰਿਆਈ ਦਾ ਤਿਲਕ ਲਗਾਇਆ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਗੁਰਿਆਈ ਦੇ ਕਾਲ ਸਮੇਂ ਜਿਹੜੇ ਕਾਰਜ ਕੀਤੇ, ਉਹਨਾਂ ਦੇ ਵਿੱਚ ਪਹਿਲਾ ਹੈ ਗੋਇੰਦਵਾਲ ਵਸਾਉਣਾ। ਗੋਂਦੇ ਮਰਵਾਹੇ ਦੀ ਬੇਨਤੀ ਮੰਨ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਗੋਂਦੇ ਦੇ ਨਾਲ ਜਾ ਕੇ ਬਿਆਸ ਦੇ ਪਾਸ ਨਗਰੀ ਵਸਾਉਣ ਦੀ ਆਗਿਆ ਕੀਤੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਨਗਰੀ ਵਸਾਈ ਤੇ ਉਸ ਦਾ ਨਾਂ ਗੋਇੰਦਵਾਲ ਰੱਖਿਆ ਗਿਆ। ਤੇ ਇੱਥੇ ਹੀ ਗੁਰੂ ਸਾਹਿਬ ਨੇ ਗੋਇੰਦਵਾਲ ਦੇ ਵਿੱਚ 84 ਪੌੜੀਆਂ ਵਾਲੀ ਇੱਕ ਬਹੁਤ ਵੱਡੀ ਬਾਉਲੀ ਬਣਾਈ, ਜਿਸ ਦੇ ਵਿੱਚ ਬਿਨਾਂ ਕਿਸੇ ਮਜ਼ਹਬ ਜਾਤ ਪਾਤ ਦੇ ਵਿਤਕਰੇ ਦੇ ਲੋਕ ਪਾਣੀ ਭਰ ਸਕਦੇ ਸਨ, ਇਸ਼ਨਾਨ ਕਰ ਸਕਦੇ ਸਨ। ਆਪ ਜੀ ਨੇ ਲੰਗਰ ਤੇ ਸੰਗਤ ਦੀ ਪਰੰਪਰਾ ਤੇ ਬਹੁਤ ਜ਼ੋਰ ਦਿੱਤਾ ਤੇ ਹੁਕਮ ਕੀਤਾ ਕਿ ਜਿਸਨੇ ਮੇਰੇ ਦਰਸ਼ਨ ਤੇ ਸੰਗਤ ਕਰਨੀ ਹੈ, ਉਹ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੇ। ਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਮਾਜ ਸੁਧਾਰ ਤੇ ਬਹੁਤ ਜ਼ੋਰ ਦਿੱਤਾ, ਜਿਸ ਦੇ ਵਿੱਚ ਕਰਮ ਕਾਂਡ, ਜਾਤ ਪਾਤ, ਛੂਤ ਛਾਤ, ਤੀਰਥ ਵਰਤ, ਨੇਮ, ਮਸਾਣੀ, ਮੜੀ ਤੇ ਕਬਰਾਂ ਆਦਿ ਪੂਜਾ ਤੋਂ ਲੋਕਾਂ ਨੂੰ ਹਟਾ ਕੇ ਇੱਕ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਜੋੜਿਆ। ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਾਰੇ ਇਨਸਾਨ ਇੱਕ ਹਨ ਤੇ ਗ੍ਰਸਥ ਦੀ ਰਸਮ ਜਾਤ ਪਾਤ ਤੇ ਗੋਤ ਨੂੰ ਦੇਖ ਕੇ ਨਹੀਂ ਕਰਨੀ ਚਾਹੀਦੀ, ਬਲਕਿ ਇਨਸਾਨ ਦੇ ਗੁਣ ਦੇਖ ਕੇ ਕਰਨੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਸਤੀ ਦੀ ਰਸਮ ਦਾ ਆਪ ਜੀ ਨੇ ਖੰਡਨ ਕੀਤਾ, ਜਿਵੇਂ ਕਿ ਪੁਰਾਤਨ ਪਰੰਪਰਾ ਅਨੁਸਾਰ ਜਦੋਂ ਕਿਸੇ ਇਸਤਰੀ ਦਾ ਜਵਾਨ ਪਤੀ ਮਰ ਜਾਂਦਾ ਸੀ ਤਾਂ ਸਮਾਜ ਉਸ ਨੂੰ ਚਿਖਾ ਦੇ ਵਿੱਚ ਸੁੱਟ ਕੇ ਸਾੜ ਦਿੰਦਾ ਸੀ ਤੇ ਕਿਹਾ ਜਾਂਦਾ ਸੀ ਕਿ ਇਹ ਸਤੀ ਹੋ ਗਈ ਹੈ। ਗੁਰੂ ਜੀ ਦੇ ਉਪਦੇਸ਼ ਅਨੁਸਾਰ ਇਸ ਰਸਮ ਨੂੰ ਖਤਮ ਹੀ ਨਹੀਂ ਕੀਤਾ, ਬਲਕਿ ਪ੍ਰਚਾਰ ਕੀਤਾ ਕਿ ਵਿਧਵਾ ਇਸਤਰੀ ਦਾ ਦੁਬਾਰਾ ਵਿਆਹ ਕੀਤਾ ਜਾਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਤੇ 52 ਪੀੜੇ ਥਾਪੇ ਤੇ ਧਰਮ ਪ੍ਰਚਾਰ ਦੇ ਕੇਂਦਰ ਕਾਇਮ ਕੀਤੇ। ਗੁਰਸਿੱਖ ਮਰਦ ਤੇ ਇਸਤਰੀਆਂ ਨੂੰ ਸਿੱਖੀ ਪ੍ਰਚਾਰ ਦੇ ਲਈ ਆਪ ਜੀ ਨੇ ਇਹ ਸੇਵਾ ਬਖਸ਼ੀ, ਜਿੱਥੇ ਆਪ ਜੀ ਨੇ 22 ਮੰਜੀਆਂ ਬਖਸ਼ੀਆਂ ਗੁਰਸਿੱਖਾਂ ਨੂੰ, ਉੱਥੇ 52 ਬੀਬੀਆਂ ਨੂੰ ਵੀ ਪੀੜੇ ਥਾਪੇ ਤਾਂ ਕਿ ਉਹ ਪ੍ਰਚਾਰ ਸਿੱਖੀ ਦਾ ਕਰਨ।
ਤੇ ਇਸੇ ਤਰ੍ਹਾਂ ਚੱਕ ਰਾਮਦਾਸ ਸਥਾਪਿਤ ਕੀਤਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠਾ, ਜਿਨ੍ਹਾਂ ਦਾ ਨਾਮ ਪਹਿਲਾ ਨਾਮ ਸੀ ਤੇ ਬਾਅਦ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਬਣੇ, ਅਤੇ ਬਾਬਾ ਬੁੱਢਾ ਜੀ ਨੂੰ ਇਸ ਜਗ੍ਹਾ ਤੇ ਜਿਹੜਾ ਹੈ ਸ਼ਹਿਰ ਬਸਾਉਣ ਦੇ ਲਈ ਕਿਹਾ, ਤੇ ਆਪ ਜਾ ਕੇ ਉਹਨਾਂ ਨੇ ਸਰੋਵਰ ਦੇ ਵਿੱਚੋਂ ਵੀ ਮਿੱਟੀ ਕੱਢੀ। 1 ਸਤੰਬਰ ਸਨ 1574 ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮਦਾਸ, ਜਿਹੜੇ ਕਿ ਬਾਅਦ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਬਣੇ, ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ 5 ਪਰਿਕਰਮਾ ਕੀਤੀਆਂ, ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ, ਤੇ ਇਸ ਤੋਂ ਬਾਅਦ ਆਪ ਜੀ ਜੋਤੀ ਜੋਤ ਸਮਾ ਗਏ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਗੁਰ ਕਾ ਬਚਨ ਬਸੈ ਜੀ ਨਾਲੇ, ਬਚਨ ਬਸੈ ਜੀ ਨਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਬਚਨ ਬਸੈ ਜੀ ਨਾਲੇ। ਹਾਂ, ਬਚਨ ਬਸੈ ਜੀ ਨਾਲੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ, ਜਤ ਕਤ ਮੋਹਿ ਰਖਵਾਲੇ। ਬਚਨ ਬਸੈ ਜੀ ਨਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਬਚਨ ਬਸੈ ਜੀ ਨਾਲੇ। ਹਾਂ, ਬਚਨ ਬਸੈ ਜੀ ਨਾਲੇ। निर्धन का तन अंधले का टिक, मात दूध जैसे बाले।
ਕਿਰਪਾ ਕਿਰਪਾਲੇ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਨਾਲੇ। ਹਾਂਜੀ, आप जी सुन रहे हो ਪ੍ਰੋਗਰਾਮ ਸਿੱਖ ਵਿਰਸਾ 97.3 FM ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਆਓ ਅਗਲਾ ਜਿਹੜਾ ਲੇਖ ਹੈ ਉਹ ਸੰਖੇਪ ਜਿਹੜਾ ਹੈ ਜੀਵਨ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਬਾਰੇ ਜਿਹੜੇ ਕੁਝ ਸ਼ਬਦ ਜਿਹੜੇ ਲਿਖੇ ਨੇ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਨੇ ਆਪਣੀ ਕਿਤਾਬ ਸਿੱਖ ਸਿਧਾਂਤ ਦੇ ਵਿੱਚ ਉਹ ਆਪ ਜੀ ਦੇ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਨ। ਆਪ ਜੀ ਲਿਖਦੇ ਨੇ ਕਿ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਨਮ 24 ਸਤੰਬਰ ਸਨ 1534 ਨੂੰ ਪਿਤਾ ਸ੍ਰੀ ਹਰੀਦਾਸ ਜੀ ਦੇ ਗ੍ਰਹਿ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ ਹੋਇਆ। ਮਾਪਿਆਂ ਦੇ ਇਕਲੌਤੇ ਸਪੁੱਤਰ ਹੋਣ ਕਰਕੇ ਸਾਰੇ ਆਪ ਜੀ ਨੂੰ ਜੇਠਾ ਜੀ ਆਖਣ ਲੱਗ ਪਏ। ਆਪ ਜੀ ਦੀ ਉਮਰ 7 ਸਾਲ ਦੇ ਹੋਈ ਤੇ ਆਪ ਦੇ ਮਾਤਾ ਪਿਤਾ ਦੋਵੇਂ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਤੇ ਆਪ ਯਤੀਮ ਹੋ ਗਏ ਤੇ ਆਪ ਜੀ ਦੀ ਨਾਨੀ ਆਪ ਜੀ ਨੂੰ ਪਿੰਡ ਬਾਸਰ ਕੇ ਲੈ ਗਈ। ਆਪ ਜੀ ਛੋਟੀ ਉਮਰ ਤੋਂ ਹੀ 10 ਨੋਹਾਂ ਦੀ ਕਿਰਤ ਕਰਕੇ ਅਥਵਾ ਘੁੰਗਣੀਆਂ ਵੇਚ ਕੇ ਘਰ ਦਾ ਨਿਰਵਾਹ ਕਰਦੇ। ਸੰਗਤ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਗਈ ਤਾਂ ਆਪ ਜੀ ਵੀ ਨਾਲ ਗਏ ਤੇ ਉੱਥੇ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਰਹਿ ਗਏ। ਆਪ ਜੀ ਨੇ ਗੁਰੂ ਘਰ ਦੀ ਅਤੁੱਟ ਸੇਵਾ ਕੀਤੀ। ਇੱਕ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਨੇ ਕਿਹਾ ਕਿ ਸਾਡੀ ਪੁੱਤਰੀ ਭਾਨੀ ਜਵਾਨ ਹੋ ਗਈ ਹੈ, ਇਸ ਦਾ ਵਰ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਭਾਈ ਜੇਠਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਫਰਮਾਇਆ ਕਿ ਭਾਈ ਜੇਠਾ ਜੀ ਵਰਗਾ ਸ੍ਰਿਸ਼ਟੀ ਵਿੱਚ ਹੋਰ ਕੋਈ ਨਹੀਂ। ਭਾਈ ਜੇਠਾ ਜੀ ਵਰਗਾ ਤਾਂ ਭਾਈ ਜੇਠਾ ਜੀ ਹੀ ਹੈ। ਤੇ ਫਿਰ ਕੁਝ ਚਿਰ ਮਗਰੋਂ ਆਪ ਜੀ ਨੇ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਦੇ ਨਾਲ ਕਰ ਦਿੱਤਾ ਤੇ ਮਾਤਾ ਭਾਨੀ ਜੀ ਦੀ ਕੁੱਖੋਂ ਪਿਰਥੀ ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਨਮ ਲਿਆ। ਵਿਆਹ ਉਪਰੰਤ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਆਪਣੇ ਪਾਸ ਹੀ ਰੱਖ ਲਿਆ। ਰਾਮਦਾਸ ਜੀ ਨੇ ਤਨ ਮਨ ਦੇ ਨਾਲ ਸਾਧ ਸੰਗਤ ਦੀ ਸੇਵਾ ਕਰਨੀ ਸ਼ੁਰੂ ਕੀਤੀ। ਰਾਮਦਾਸ ਜੀ ਨੇ ਜਵਾਈ ਬਣ ਕੇ ਸੇਵਾ ਨਹੀਂ ਕੀਤੀ ਬਲਕਿ ਇੱਕ ਸਿੱਖ ਸੇਵਕ ਬਣ ਕੇ ਬਚਨ ਕਮਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਤੇ ਆਪਾ ਵਾਰ ਦਿੱਤਾ। ਆਪ ਜੀ ਨੇ ਛੇਤੀ ਹੀ ਸਿੱਖੀ ਆਸ਼ੇ ਨੂੰ ਪੂਰੀ ਤਰ੍ਹਾਂ ਸਮਝ ਕੇ ਆਪਣਾ ਜੀਵਨ ਸਿੱਖੀ ਦੇ ਸਾਂਚੇ ਵਿੱਚ ਢਾਲ ਲਿਆ। ਬੌਲੀ ਸਾਹਿਬ ਦੀ ਕਾਰ ਸਮੇਂ ਆਪ ਵੱਡੇ ਪ੍ਰਬੰਧਕਾਂ ਦੇ ਵਿੱਚੋਂ ਮੁਖੀ ਸਨ ਤੇ ਜਦੋਂ ਗੁਰੂ ਸਾਹਿਬ ਨੇ ਗੁਰਗੱਦੀ ਲਈ ਪਰਖ ਕਰਨੀ ਸੀ, ਭਾਵੇਂ ਕਿ ਗੁਰੂ ਸਾਹਿਬ ਜਾਣਦੇ ਸਨ ਕਿ ਭਾਈ ਰਾਮਦਾਸ ਜੀ ਹੀ ਗੁਰਗੱਦੀ ਪੂਰੀ ਤਰ੍ਹਾਂ ਸੰਭਾਲ ਸਕਦੇ ਸਨ, ਪਰ ਫਿਰ ਵੀ ਆਪ ਜੀ ਨੇ ਲੋਕਾਈ ਨੂੰ ਦੱਸਣਾ ਸੀ ਕਿ ਪੁੱਤਰਾਂ ਜਵਾਈ ਤੇ ਹੋਰ ਗੁਰਸਿੱਖਾਂ ਨੇ ਕੌਲ ਪੂਰੀ ਤਰ੍ਹਾਂ ਨਹੀਂ ਪਾਲਿਆ। ਇੱਕ ਵਾਰੀ ਗੁਰੂ ਜੀ ਨੇ ਆਪਣੇ ਦੋਵੇਂ ਜਵਾਈਆਂ ਨੂੰ ਥੜੇ ਬਣਾਉਣ ਦਾ ਹੁਕਮ ਦਿੱਤਾ। ਦੋਹਾਂ ਨੇ ਥੜੇ ਬਣਾਏ। ਸ਼ਾਮ ਨੂੰ ਗੁਰੂ ਜੀ ਨੇ ਵੇਖ ਕੇ ਕਹਿ ਦਿੱਤਾ, ਇਹ ਠੀਕ ਨਹੀਂ, ਢਾਹ ਕੇ ਫਿਰ ਬਣਾਓ। ਜਦੋਂ ਫਿਰ ਬਣਾਏ ਗਏ ਤਾਂ ਗੁਰੂ ਜੀ ਨੇ ਫਿਰ ਢਵਾ ਦਿੱਤੇ। ਤੀਜੀ ਵਾਰੀ ਫਿਰ ਢਾਉਣ ਦਾ ਹੁਕਮ ਦਿੱਤਾ ਤਾਂ ਗੁਰੂ ਸਾਹਿਬ ਦੇ ਵੱਡੇ ਜਵਾਈ ਭਾਈ ਰਾਮਾ ਜੀ ਨੇ ਕਿਹਾ, ਜੀ ਮੈਥੋਂ ਇਸ ਤੋਂ ਚੰਗਾ ਥੜਾ ਨਹੀਂ ਬਣ ਸਕਦਾ। ਪਰ ਭਾਈ ਰਾਮਦਾਸ ਜੀ ਥੜਾ ਢਾਹ ਕੇ ਫਿਰ ਬਣਾਉਣ ਲੱਗ ਪਏ। ਇਸ ਤਰ੍ਹਾਂ ਗੁਰੂ ਜੀ ਦਾ ਹੁਕਮ ਮੰਨ ਕੇ 7 ਵਾਰੀ ਥੜਾ ਬਣਾਇਆ ਤੇ ਗੁਰੂ ਦੀ ਬਖਸ਼ਿਸ਼ ਲਈ ਤੇ ਹੁਕਮ ਮੰਨਣ ਦੀ ਪ੍ਰੀਖਿਆ ਦੇ ਵਿੱਚ ਸਫਲ ਰਹੇ। 1 ਸਤੰਬਰ ਸਨ 1574 ਈਸਵੀ ਨੂੰ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ
ਆਪ ਜੀ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਗੱਦੀ ਤੇ ਬਿਰਾਜਮਾਨ ਕੀਤਾ ਤੇ ਆਪ ਜੀ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਜੀ ਬਣੇ। ਆਪ ਜੀ ਨਿਮਰਤਾ ਤੇ ਗਰੀਬੀ ਦੇ ਪੁੰਜ ਸਨ। ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਦਰਸ਼ਨਾਂ ਨੂੰ ਆਏ ਤੇ ਹੱਸ ਕੇ ਕਹਿਣ ਲੱਗੇ, ਇੰਨੀ ਵੱਡੀ ਦਾੜੀ ਕਿਉਂ ਵਧਾਈ ਹੈ? ਗੁਰੂ ਰਾਮਦਾਸ ਜੀ ਮਹਾਰਾਜ ਨੇ ਬੜੀ ਹਲੀਮੀ ਦੇ ਨਾਲ ਹੱਥ ਜੋੜ ਕੇ ਬਿਨੈ ਕੀਤੀ, ਆਪ ਜੈਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਸਾਫ਼ ਕਰਨ ਵਾਸਤੇ। ਬਾਬਾ ਸ੍ਰੀ ਚੰਦ ਜੀ ਨੇ ਕਿਹਾ ਆਪਣੇ ਮੁਖਾਰਬੰਦ ਤੋਂ ਸਹਿਜ ਹੀ ਕਿ ਇਹ ਬਚਨ ਇਸੇ ਗਰੀਬੀ ਤੇ ਹੁਕਮ ਮੰਨਣ ਕਾਰਨ ਹੀ ਗੁਰੂ ਨਾਨਕ ਦੀ ਇਲਾਹੀ ਗੱਦੀ ਤੁਸੀਂ ਸਾਰਿਆਂ ਨੇ ਸਾਡੇ ਕੋਲੋਂ ਲੈ ਲਈ ਹੈ। ਆਪ ਜੀ ਨੇ ਸੰਨ 1574 ਦੇ ਵਿੱਚ ਇੱਕ ਨਗਰ ਦੀ ਨੀਂਹ ਰੱਖੀ, ਜਿਸ ਦਾ ਨਾਮ ਬਾਅਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੱਕ ਰਾਮਦਾਸ ਜਾਂ ਰਾਮਦਾਸਪੁਰ ਰੱਖਿਆ। ਉਸੇ ਸਾਲ ਆਪ ਜੀ ਨੇ ਦੁੱਖ ਭੰਜਨੀ ਬੇਰੀ ਦੇ ਪਾਸ ਇੱਕ ਤਾਲ ਵੀ ਖੁਦਵਾਇਆ ਤੇ ਇਸ ਨੂੰ ਮਗਰੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੂਰਨ ਕਰਾਇਆ। 1 ਸਤੰਬਰ ਸੰਨ 1581 ਨੂੰ ਅਰਜਨ ਦੇਵ ਜੀ ਦੇ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ 5 ਪ੍ਰਕਰਮਾਂ ਕਰਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾਇਆ ਤੇ 5ਵਾਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਥਾਪਿਆ। ਕੁਝ ਸਮੇਂ ਬਾਅਦ ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਰਾਖੋ ਸ਼ਰਨਾਈ, ਰਾਖੋ ਸ਼ਰਨਾਈ, ਰਾਖੋ ਸ਼ਰਨਾਈ, ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਰਾਖੋ ਸ਼ਰਨਾਈ, ਰਾਖੋ ਸ਼ਰਨਾਈ, ਰਾਖੋ ਸ਼ਰਨਾਈ, ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਗੁਰੂ ਰਾਮਦਾਸ ਰਾਖੋ ਸ਼ਰਨਾਈ। हम अवगुण परे एक गुण नाही, हम अवगुण परे एक गुण नाही, अमृत छाड़ बिखै बिख खाही, अमृत छाड़ बिखै बिख खाई, राखो शरणाई, राखो शरणाई, राखो शरणाई, राखो शरणाई, गुरु रामदास राखो शरणाई, गुरु रामदास राखो शरणाई। माया मोह परम पै फूले, माया मोह परम पै फूले, सुत दारा स्यों प्रीत लगाई, सुत दारा स्यों प्रीत लगाई, राखो शरणाई, राखो शरणाई, राखो शरणाई, राखो शरणाई, गुरु रामदास राखो शरणाई, गुरु रामदास राखो शरणाई।
ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਤੇਹ ਮਿਲੰਤ ਜਮ ਤਰਾਸ ਮਿਟਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇੱਕ ਅਰਦਾਸ ਪਾਠ ਕੀ ਰਤ ਕੀ, ਇੱਕ ਅਰਦਾਸ ਪਾਠ ਕੀ ਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਵਾਹਿਗੁਰੂ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕਰਿਆ ਤੇ ਪ੍ਰੋਗਰਾਮ ਦਾ ਸਮਾਂ ਖਤਮ ਹੋਣ ਨੂੰ ਹੈ ਤੇ ਅਗਲਾ ਸ਼ਬਦ ਥੋੜਾ ਲੰਬੇਰਾ ਹੈ ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈ ਲੈਣੀ ਹੈ। ਪ੍ਰੋਗਰਾਮ ਕਰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ, ਭੁੱਲਾਂ, ਚੁੱਕਾਂ, ਤਰੁੱਟੀਆਂ ਰਹਿ ਜਾਂਦੀਆਂ ਨੇ। ਸਾਨੂੰ ਆਸ ਹੈ ਕਿ ਸਾਡੇ ਸਰੋਤੇ ਤੇ ਉਹ ਸੱਚਾ ਪਾਤਸ਼ਾਹ ਸਾਨੂੰ ਮਾਫ ਕਰੇਗਾ ਤੇ ਸਾਨੂੰ ਅੱਗੋਂ ਤੋਂ ਅੱਛੀ ਤਰੀਕੇ ਦੇ ਨਾਲ ਸੇਵਾ ਕਰਨ ਦਾ ਬਲ ਤੇ ਬੁੱਧ ਬਖਸ਼ੇ। ਐਸੀ ਅਰਦਾਸ ਹੈ ਸਾਡੀ ਤੇ ਹੋਈਆਂ ਗਲਤੀਆਂ, ਭੁੱਲਾਂ, ਚੁੱਕਾਂ ਦੀ ਖਿਮਾ ਦੀ ਜਾਂਚ ਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਪਣਾ ਖਿਆਲ ਰੱਖਣਾ। ਵਾਹਿਗੁਰੂ ਨੇ ਚਾਹਿਆ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਰੱਬ ਰਾਖਾ। ਮਨ ਚਾਹੁ ਪਿਆਰਾ ਤਬ ਆਗਮ ਸੁਨਿਆ, ਆਗਮ ਸੁਨਿਆ। ਮਨ ਚਾਹੁ ਪਿਆਰਾ ਤਬ ਆਗਮ ਸੁਨਿਆ, ਆਗਮ ਸੁਨਿਆ। ਹਰ ਮੰਗਲ ਗਾਵੋ, ਹਰ ਮੰਗਲ ਗਾਵੋ, ਹਰ ਮੰਗਲ ਗਾਵੋ, ਸ੍ਰੀ
गावो नित सखिए सोग दुख न व्यापे हर मंगल गावो नित सखिए सोग दुख न व्यापे गुर चरण लागे दिन सपागे अपना पीर जापे गुर चरण लागे दिन सपागे अपना पीर जापे अपना पीर जापे मन चाव्या सुनिया सुनिया मन चाव्या सुनिया सुनिया मन चाव्या सुनिया सुनिया हर मंगल गावो हर मंगल गावो हर मंगल गावो सभी गए मंदर बनिया सभी गए मंदर बनिया मन चाव्या तुम आगम सुनिया आगम सुनिया मन चाव्या तुम आगम सुनिया आगम सुनिया अनहद बाणी गुर शबद जानी हर नाम हर रस को गो अनहद बाणी गुर शबद जानी हर नाम हर रस को गो कहे नानक प्रभ आप मिलिया कहे नानक प्रभ आप मिलिया करण कारण जोगो कहे नानक प्रभ आप मिलिया करण कारण जोगो करण कारण जोगो मन चाव्या तुम आगम सुनिया आगम सुनिया मन चाव्या तुम आगम सुनिया आगम सुनिया हर मंगल गावो हर मंगल गावो
ਹਰ ਮੰਗਲ ਗਾਵੇ